ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਆ HR ਪੰਜਾਬੀ ਕਹਾਣੀਆਂ 'ਤੇ। ਮੇਰਾ ਪਤੀ ਮੇਰੇ ਲਈ ਸ਼ਹਿਰ ਤੋਂ ਬਰਫੀ ਲੈ ਕੇ ਆਉਂਦਾ ਸੀ, ਜਿਸ ਨੂੰ ਮੈਂ ਬੜੇ ਸ਼ੌਂਕ ਨਾਲ ਖਾਂਦੀ ਸੀ। ਪਰ ਉਸ ਦੇ ਬਾਅਦ ਮੈਨੂੰ ਹੋਸ਼ ਨਹੀਂ ਰਹਿੰਦਾ ਸੀ। ਸਵੇਰੇ ਉੱਠਦੀ ਤਾਂ ਕੱਪੜੇ ਗਿੱਲੇ ਰਹਿੰਦੇ ਸਨ ਤੇ ਇੱਕ ਦਿਨ ਪਤੀ ਦੀ ਲਿਆਂਦੀ ਹੋਈ ਬਰਫੀ ਮੈਂ ਸੁੱਟ ਦਿੱਤੀ ਅਤੇ ਸੌਣ ਦਾ ਬਹਾਨਾ ਕਰਕੇ ਮੈਂ ਸੌਂ ਗਈ। ਅਤੇ ਫਿਰ ਜੋ ਮੇਰੇ ਪਤੀ ਨੇ ਮੇਰੇ ਨਾਲ ਕੀਤਾ, ਉਹ ਸੁਣ ਕੇ ਤੁਹਾਡੇ ਰੌਂਗਟੇ ਖੜ੍ਹੇ ਹੋ ਜਾਣਗੇ, ਕਿਉਂਕਿ ਵਿਆਹ ਦੀ ਰਾਤ ਪਤੀ ਦੇ ਕਮਰੇ ਵਿੱਚ ਆਉਣ ਤੋਂ ਪਹਿਲਾਂ ਹੀ ਮੈਂ ਬਲੈਕ ਕਲਰ ਦੀ ਨਾਈਟੀ ਪਾਈ ਹੋਈ ਸੀ, ਤਾਂ ਕਿ ਉਹ ਪਹਿਲੀ ਨਜ਼ਰ ਵਿੱਚ ਹੀ ਮੈਨੂੰ ਦੇਖੇ ਤੇ ਆਪਣਾ ਦਿਲ ਹਾਰ ਬੈਠੇ। ਉਂਝ ਮੈਂ ਪਿੰਡ ਵਾਲੀ ਸੀ, ਪਰ ਇਹ ਨਾਈਟੀ ਮੈਨੂੰ ਮੇਰੀ ਵੱਡੀ ਭੈਣ ਨੇ ਦਿੱਤੀ ਸੀ। ਉਹਦਾ ਵਿਆਹ ਸ਼ਹਿਰ ਵਿੱਚ ਹੋਇਆ ਸੀ। ਉਸਨੇ ਮੈਨੂੰ ਪਤੀ ਨੂੰ ਕਾਬੂ ਕਰਨ ਦੀਆਂ ਕਈ ਗੱਲਾਂ ਦੱਸੀਆਂ ਸਨ। ਮੇਰੇ ਪਤੀ ਵਿਜੇ ਕਮਰੇ ਵਿੱਚ ਆਏ ਤਾਂ ਮੇਰਾ ਇਹ ਨਾਈਟ ਸੂਟ ਦੇਖ ਕੇ ਰੁਕ ਗਏ। ਉਹਨਾਂ ਦੀ ਨਜ਼ਰ ਵਿੱਚ ਤਾਂ ਮੈਂ ਪਿੰਡ ਦੀ ਕੁੜੀ ਸੀ। ਵਿਜੇ ਦੇ ਸਾਹਮਣੇ ਨਾਈਟੀ ਪਾ ਕੇ ਮੈਨੂੰ ਸ਼ਰਮ ਬਹੁਤ ਆ ਰਹੀ ਸੀ, ਪਰ ਹੁਣ ਉਹ ਮੇਰੇ ਪਤੀ ਸਨ ਅਤੇ ਮੈਨੂੰ ਉਹਨਾਂ ਦਾ ਦਿਲ ਜਿੱਤਣਾ ਸੀ। ਮੈਂ ਹਮੇਸ਼ਾ ਵਿਆਹ ਨੂੰ ਲੈ ਕੇ ਬਹੁਤ ਸੁਪਨੇ ਬੁਣੇ ਸੀ। ਵਿਜੇ ਨੇ ਮੇਰਾ ਹੱਥ ਫੜ ਕੇ ਕਿਹਾ, "ਤੂੰ ਬਹੁਤ ਸੁੰਦਰ ਲੱਗ ਰਹੀ ਆਂ।" ਵਿਜੇ ਨੇ ਇਹਨਾਂ ਸ਼ਬਦਾਂ ਨੇ ਮੈਨੂੰ ਇੱਕ ਨਵੀਂ ਜ਼ਿੰਦਗੀ ਦੇ ਦਿੱਤੀ ਸੀ ਅਤੇ ਮੈਂ ਆਪਣੇ ਆਪ ਨੂੰ ਹਵਾਵਾਂ ਵਿੱਚ ਮਹਿਸੂਸ ਕਰ ਰਹੀ ਸੀ। ਵਿਜੇ ਨੇ ਆਪਣੀ ਜੇਬ ਵਿੱਚ ਹੱਥ ਪਾਇਆ ਤਾਂ ਮੈਨੂੰ ਲੱਗਾ ਕਿ ਉਹ ਮੈਨੂੰ ਮੂੰਹ ਦਿਖਾਈ ਦਾ ਗਿਫਟ ਦੇਣਗੇ, ਪਰ ਜਦੋਂ ਵਿਜੇ ਨੇ ਆਪਣਾ ਹੱਥ ਅੱਗੇ ਲਿਆਇਆ ਤਾਂ ਮੈਂ ਹੈਰਾਨ ਰਹਿ ਗਈ। ਉਹਨਾਂ ਦੇ ਹੱਥ ਵਿੱਚ ਬਰਫੀ ਵਾਲਾ ਡੱਬਾ ਸੀ ਅਤੇ ਵਿਜੇ ਨੇ ਆਪਣੇ ਆਪ ਹੀ ਉਹ ਡੱਬਾ ਖੋਲ੍ਹਿਆ ਅਤੇ ਕਹਿਣ ਲੱਗੇ ਕਿ ਵਿਆਹ ਦੀ ਰਾਤ ਸਭ ਤੋਂ ਪਹਿਲਾਂ ਮੈਂ ਤੈਨੂੰ ਆਪਣੇ ਹੱਥ ਨਾਲ ਮਿੱਠਾ ਖਵਾਵਾਂਗਾ। ਵਿਜੇ ਦੀ ਗੱਲ ਸੁਣ ਕੇ ਮੇਰੇ ਬੁੱਲ੍ਹਾਂ ਉੱਤੇ ਮੁਸਕਾਨ ਆ ਗਈ। ਉਹ ਕਹਿ ਰਹੇ ਸਨ ਕਿ ਮੈਂ ਤੇਰੇ ਲਈ ਖਾਸ ਬਰਫੀ ਬਣਵਾ ਕੇ ਲਿਆਇਆ ਹਾਂ। ਵਿਜੇ ਨੇ ਪਿਆਰ ਭਰੇ ਅੰਦਾਜ਼ ਨਾਲ ਉਹ ਬਰਫੀ ਮੇਰੇ ਮੂੰਹ ਵਿੱਚ ਪਾਈ ਤਾਂ ਮੈਂ ਵੀ ਖੁਸ਼ੀ-ਖੁਸ਼ੀ ਖਾ ਲਈ। ਥੋੜ੍ਹੇ ਸਮੇਂ ਵਿੱਚ ਹੀ ਮੈਂ ਨਾ ਜਾਣੇ ਨੀਂਦ ਵਿੱਚ ਗੁਆਚਣ ਲੱਗੀ ਤੇ ਮੈਨੂੰ ਕੁਝ ਹੋਸ਼ ਨਾ ਰਹੀ। ਸਵੇਰੇ ਜਦੋਂ ਮੇਰੀ ਅੱਖ ਖੁੱਲ੍ਹੀ ਤਾਂ ਘੜੀ ਉੱਤੇ ਪੂਰੇ 10 ਵੱਜ ਰਹੇ ਸੀ। ਮੇਰੇ ਕੱਪੜੇ ਗਿੱਲੇ ਸਨ। ਮੈਂ ਹੈਰਾਨ ਸੀ ਕਿ ਜਿਸ ਰਾਤ ਦੇ ਇੰਤਜ਼ਾਰ ਵਿੱਚ ਮੈਂ ਇੱਕ-ਇੱਕ ਪਲ ਗਿਣ-ਗਿਣ ਕੇ ਗੁਜ਼ਾਰਿਆ ਸੀ, ਉਹ ਰਾਤ ਮੈਂ ਕਿਵੇਂ ਸੌਂ ਗਈ। ਫਿਰ ਮੈਨੂੰ ਵਿਜੇ ਦਾ ਖਿਆਲ ਆਇਆ। ਨਾ ਜਾਣੇ ਉਹ ਮੇਰੇ ਬਾਰੇ ਕੀ ਸੋਚ ਰਹੇ ਹੋਣਗੇ, ਪਰ ਇਹ ਕੱਪੜੇ ਗਿੱਲੇ ਕਿਵੇਂ ਹੋਏ ਸਨ। ਵਿਜੇ ਕਮਰੇ ਵਿੱਚ ਨਹੀਂ ਤਾਂ ਮੈਂ ਤੁਰੰਤ ਹੀ ਆਪਣੇ ਕੱਪੜੇ ਬਦਲੇ ਅਤੇ ਨਹਾ ਕੇ ਤਿਆਰ ਹੋ ਗਈ। ਓਨੇ ਨੂੰ ਵਿਜੇ ਕਮਰੇ ਵਿੱਚ ਆਏ ਤੇ ਉਹ ਬਹੁਤ ਹੀ ਗੁੱਸੇ ਵਿੱਚ ਲੱਗ ਰਹੇ ਸਨ। ਇਹ ਗੱਲ ਮੇਰੇ ਲਈ ਬਰਦਾਸ਼ਤ ਤੋਂ ਬਾਹਰ ਸੀ। ਮੈਂ ਸੋਚ ਰਹੀ ਸੀ ਕਿ ਕਿਸੇ ਨਾ ਕਿਸੇ ਤਰ੍ਹਾਂ ਮੈਂ ਵਿਜੇ ਨੂੰ ਮਨਾ ਕੇ ਹੀ ਰਹਾਂਗੀ। ਵਿਜੇ ਦੇ ਜਾਣ ਤੋਂ ਬਾਅਦ ਮੇਰੀ ਸੱਸ ਕਮਰੇ ਵਿੱਚ ਆਈ ਤਾਂ ਮੇਰੀਆਂ ਅੱਖਾਂ ਵਿੱਚ ਹੰਝੂ ਦੇਖ ਕੇ ਹੈਰਾਨੀ ਨਾਲ ਪੁੱਛਣ ਲੱਗੀ ਕਿ ਕੀ ਹੋਇਆ ਬਹੂ। ਮੈਂ ਉਹਨਾਂ ਨੂੰ ਦੱਸ ਦਿੱਤਾ ਕਿ ਮੈਂ ਵਿਜੇ ਨੂੰ ਨਾਰਾਜ਼ ਕਰ ਦਿੱਤਾ। ਉਹ ਕਹਿਣ ਲੱਗੀ ਕਿ ਮੈਂ ਹੁਣੇ ਵਿਜੇ ਨਾਲ ਗੱਲ ਕਰਦੀ ਹਾਂ, ਪਰ ਮੈਂ ਹੱਥ ਫੜ ਕੇ ਆਪਣੀ ਸੱਸ ਨੂੰ ਰੋਕ ਲਿਆ। ਉਹਨਾਂ ਨੂੰ ਕਿਹਾ ਕਿ ਉਹ ਵਿਜੇ ਨਾਲ ਕੋਈ ਗੱਲ ਨਾ ਕਰੇ, ਨਹੀਂ ਤਾਂ ਉਹ ਮੇਰੇ ਨਾਲ ਨਾਰਾਜ਼ ਹੋ ਜਾਣਗੇ। ਮੇਰੀ ਗੱਲ ਸੁਣ ਕੇ ਉਹ ਚੁੱਪ ਹੋ ਗਈ ਤੇ ਬੋਲੀ, "ਨਿੱਕੀ-ਨਿੱਕੀ ਗੱਲ ਨੂੰ ਦਿਲ 'ਤੇ ਨਾ ਲਾਈ। ਕੁਝ ਦਿਨ ਵਿਜੇ ਨਾਲ ਰਹੇਂਗੀ ਤਾਂ ਤੂੰ ਉਸ ਦੀਆਂ ਆਦਤਾਂ ਨੂੰ ਚੰਗੀ ਤਰ੍ਹਾਂ ਸਮਝ ਜਾਏਂਗੀ।" ਮੈਂ ਉਸ ਦੀਆਂ ਗੱਲਾਂ ਸੁਣ ਕੇ ਖੁਸ਼ ਹੋ ਗਈ। ਮੈਂ ਆਪਣੇ ਮਾਂ-ਬਾਪ ਦੀ ਲਾਡਲੀ ਹੋਣ ਦੇ ਨਾਲ-ਨਾਲ ਆਪਣੀ ਸੱਸ ਦੀ ਵੀ ਲਾਡਲੀ ਸੀ। ਹਾਲਾਂਕਿ ਬਚਪਨ ਤੋਂ ਹੀ ਮੇਰੀ ਇਹੀ ਖੁਆਇਸ਼ ਸੀ ਕਿ ਮੇਰਾ ਵਿਆਹ ਉਹਨਾਂ ਦੇ ਮੁੰਡੇ ਵਿਜੇ ਨਾਲ ਹੀ ਹੋਵੇ, ਕਿਉਂਕਿ ਵਿਜੇ ਮੇਰੀ ਮੰਮੀ ਦੇ ਦੂਰ ਦੀ ਰਿਸ਼ਤੇਦਾਰੀ ਵਿੱਚੋਂ ਸੀ ਅਤੇ ਜਿਵੇਂ ਹੀ ਮੈਂ 20 ਸਾਲ ਦੀ ਹੋਈ ਤਾਂ ਉਹ ਸਾਨੂੰ ਮਿਲਣ ਲਈ ਆਈ ਤਾਂ ਜਾਂਦੇ-ਜਾਂਦੇ ਮੇਰਾ ਮੂੰਹ ਮਿੱਠਾ ਕਰਵਾ ਕੇ ਚਲੀ ਗਈ। ਮੇਰੇ ਮਾਂ-ਬਾਪ ਨੂੰ ਵੀ ਇਸ ਰਿਸ਼ਤੇ ਤੋਂ ਕੋਈ ਇਤਰਾਜ਼ ਨਹੀਂ ਸੀ। ਵਿਜੇ ਸ਼ਹਿਰ ਵਿੱਚ ਚੰਗੀ ਨੌਕਰੀ ਕਰਦਾ ਸੀ। ਉਹ ਸਵੇਰੇ-ਸਵੇਰੇ ਸ਼ਹਿਰ ਵਿੱਚ ਨਿਕਲ ਜਾਂਦਾ ਅਤੇ ਰਾਤ ਨੂੰ ਹੀ ਘਰ ਮੁੜਦਾ। ਉਸ ਦੀ ਕਮਾਈ ਤੋਂ ਹੀ ਮੇਰੀ ਸੱਸ ਨੇ ਪਿੰਡ ਵਿੱਚ ਇੱਕ ਬਹੁਤ ਵੱਡਾ ਘਰ ਬਣਾ ਲਿਆ ਸੀ। ਜਦੋਂ ਮੈਂ ਕੁਆਰੀ ਸੀ ਤਾਂ ਬਹੁਤ ਸਾਲਾਂ ਤੋਂ ਮੇਰੀ ਅਤੇ ਵਿਜੇ ਦੀ ਮੁਲਾਕਾਤ ਨਹੀਂ ਹੋਈ ਸੀ, ਕਿਉਂਕਿ ਉਹ ਜ਼ਿਆਦਾ ਵਕਤ ਸ਼ਹਿਰ ਵਿੱਚ ਗੁਜ਼ਾਰਦਾ ਸੀ। ਘਰ ਮੁੜਦਾ ਤਾਂ ਸਾਡੇ ਪਿੰਡ ਆਉਣ ਦਾ ਵਕਤ ਹੀ ਨਹੀਂ ਰਹਿੰਦਾ ਸੀ। ਹਾਲਾਂਕਿ ਸਾਡਾ ਰੋਕਾ ਹੋਇਆ ਵਾ ਸੀ। ਇੱਕ ਦਿਨ ਮੈਂ ਆਪਣੀ ਸੱਸ ਨੂੰ ਪੁੱਛਿਆ, ਕਿਉਂਕਿ ਮੇਰੀ ਸੱਸ ਮੇਰੀ ਮੰਮੀ ਦੀ ਪੱਕੀ ਸਹੇਲੀ ਸੀ। ਮੈਂ ਉਹਨਾਂ ਤੋਂ ਬਿਲਕੁਲ ਨਹੀਂ ਸ਼ਰਮਾਉਂਦੀ ਸੀ। ਉਹ ਸਾਡੇ ਪਿੰਡ ਮਿਲਣ ਲਈ ਆਈ ਹੋਈ ਸੀ ਤਾਂ ਮੈਂ ਗੱਲਾਂ-ਗੱਲਾਂ ਵਿੱਚ ਇਹ ਪੁੱਛ ਬੈਠੀ
ਕਿ ਵਿਜੇ ਸਾਡੇ ਪਿੰਡ ਕਿਉਂ ਨਹੀਂ ਆਉਂਦਾ। ਮੇਰੀ ਮਾਂ ਦੇ ਕੰਨਾਂ ਵਿੱਚ ਇਹ ਗੱਲ ਪਈ ਤਾਂ ਮਾਂ ਨੇ ਮੈਨੂੰ ਇੱਕ ਚਪੇੜ ਮਾਰੀ ਤੇ ਬੋਲੀ, ਤੈਨੂੰ ਇਸ ਤਰ੍ਹਾਂ ਬੋਲਦੇ ਹੋਏ ਸ਼ਰਮ ਨਹੀਂ ਆਉਂਦੀ? ਆਪਣੇ ਹੋਣ ਵਾਲੇ ਪਤੀ ਬਾਰੇ ਅਜਿਹੀਆਂ ਗੱਲਾਂ ਪੁੱਛਦੀਆਂ। ਮੇਰੀ ਸੱਸ ਮੁਸਕਰਾਉਂਦੇ ਹੋਏ ਕਹਿਣ ਲੱਗੀ, ਕਿਉਂ ਨਹੀਂ, ਜਿਵੇਂ ਵੀ ਵਿਜੇ ਦਾ ਟਾਈਮ ਲੱਗੇਗਾ ਉਹ ਜ਼ਰੂਰ ਆਵੇਗਾ। ਜਦੋਂ ਤੋਂ ਉਸ ਨੂੰ ਸ਼ਹਿਰ ਦੀ ਹਵਾ ਲੱਗੀ ਹੈ ਤਾਂ ਉਹ ਬਹੁਤ ਹੀ ਘੱਟ ਗੱਲ ਕਰਦਾ ਹੈ। ਹੁਣ ਉਹ ਪਹਿਲਾਂ ਦੀ ਤਰ੍ਹਾਂ ਨਹੀਂ ਰਿਹਾ, ਬਲਕਿ ਗੰਭੀਰ ਹੋ ਗਿਆ ਹੈ। ਮੇਰੀ ਸੱਸ ਦੀਆਂ ਗੱਲਾਂ ਸੁਣ ਕੇ ਮੇਰੀ ਮਾਂ ਬੋਲੀ, ਜਦੋਂ ਮੁੰਡਿਆਂ ਉੱਤੇ ਜ਼ਿੰਮੇਵਾਰੀ ਪੈਂਦੀ ਹੈ ਤਾਂ ਇਸੇ ਤਰ੍ਹਾਂ ਗੰਭੀਰ ਹੋ ਜਾਂਦੇ ਹਨ। ਇੱਕ ਮੇਰੀ ਧੀ ਨੂੰ ਹੀ ਅਕਲ ਨਹੀਂ ਆ, ਮੂੰਹ ਚੁੱਕ ਕੇ ਜੋ ਚਾਹੇ ਪੁੱਛ ਲੈਂਦੀ ਆ। ਮਾਂ ਨੇ ਗੁੱਸੇ ਵਿੱਚ ਇੱਕ ਨਜ਼ਰ ਮੇਰੇ ਵੱਲ ਮਾਰੀ ਤਾਂ ਮੈਂ ਉੱਥੋਂ ਉੱਠ ਕੇ ਆਪਣੇ ਕਮਰੇ ਵਿੱਚ ਆ ਗਈ। ਉਹਨਾਂ ਦੇ ਜਾਣ ਤੋਂ ਬਾਅਦ ਮਾਂ ਨੇ ਮੈਨੂੰ ਹਜ਼ਾਰਾਂ ਗੱਲਾਂ ਸੁਣਾਈਆਂ। ਮਾਂ ਕੀ ਕਹਿ ਰਹੀ ਸੀ ਮੈਨੂੰ ਨਹੀਂ ਪਤਾ, ਕਿਉਂਕਿ ਮੈਂ ਤਾਂ ਆਪਣੇ ਹੀ ਖਿਆਲਾਂ ਵਿੱਚ ਗੁੰਮ ਸੀ। ਬਸ ਮੈਂ ਤਾਂ ਇਹ ਸੋਚ ਕੇ ਖੁਸ਼ ਸੀ ਕਿ ਮੇਰੇ ਹੋਣ ਵਾਲਾ ਪਤੀ ਸ਼ਹਿਰ ਵਿੱਚ ਰਹਿ ਰਿਹਾ, ਕਿਉਂਕਿ ਮੈਨੂੰ ਸ਼ੁਰੂ ਤੋਂ ਹੀ ਸ਼ਹਿਰ ਵਿੱਚ ਰਹਿਣ ਦਾ ਸ਼ੌਂਕ ਸੀ। ਉਹਨਾਂ ਨੇ ਵਿਆਹ ਨੂੰ 1 ਸਾਲ ਦਾ ਵਕਤ ਦਿੱਤਾ ਸੀ। 1 ਸਾਲ ਦਾ ਵਕਤ ਸੁਪਨੇ ਸਜਾਉਣ ਵਿੱਚ ਹੀ ਲੰਘ ਗਿਆ, ਪਰ ਮੈਨੂੰ ਕੀ ਪਤਾ ਸੀ ਕਿ ਇੱਕ ਦਿਨ ਮੇਰੇ ਸਾਰੇ ਸੁਪਨੇ ਮਿੱਟੀ ਦਾ ਢੇਰ ਬਣ ਜਾਣਗੇ। ਕੁਝ ਦਿਨਾਂ ਬਾਅਦ ਮੇਰੇ ਤੇ ਵਿਜੇ ਦੀ ਸਾਰੇ ਰੀਤੀ ਰਿਵਾਜਾਂ ਨਾਲ ਵਿਆਹ ਹੋ ਗਿਆ। ਮੈਂ ਵਿਦਾ ਹੋ ਕੇ ਵਿਜੇ ਦੇ ਘਰ ਚਲੀ ਗਈ। ਮੇਰੀ ਸੱਸ ਨੇ ਬਹੁਤ ਖੁਸ਼ੀ ਨਾਲ ਮੇਰਾ ਸਵਾਗਤ ਕੀਤਾ। ਵਿਆਹ ਦੀ ਰਾਤ ਨੀਂਦ ਆ ਜਾਣ ਦੀ ਵਜ੍ਹਾ ਨਾਲ ਵਿਜੇ ਬਹੁਤ ਜ਼ਿਆਦਾ ਗੁੱਸੇ ਸੀ ਅਤੇ ਪੂਰਾ ਦਿਨ ਉਸਨੇ ਮੇਰੇ ਨਾਲ ਕੋਈ ਗੱਲ ਨਾ ਕੀਤੀ। ਮੈਂ ਸਾਰਾ ਦਿਨ ਬਿਨਾਂ ਪਾਣੀ ਦੇ ਮੱਛੀ ਵਾਂਗ ਉਸਦੇ ਅੱਗੇ ਪਿੱਛੇ ਤੜਫਦੀ ਰਹੀ, ਪਰ ਉਸਨੇ ਇੱਕ ਵਾਰੀ ਵੀ ਮੇਰੇ ਵੱਲ ਨਾ ਤੱਕਿਆ। ਉਸਨੇ ਸਾਰਾ ਦਿਨ ਘਰ ਦੀ ਛੱਤ ਤੇ ਗੁਜ਼ਾਰ ਦਿੱਤਾ ਅਤੇ ਪਿੰਡ ਵਿੱਚ ਔਰਤਾਂ ਨੂੰ ਛੱਤ ਤੇ ਜਾਣਾ ਮਨ੍ਹਾ ਹੁੰਦਾ ਸੀ, ਇਸ ਲਈ ਮੈਂ ਉਸਦੇ ਪਿੱਛੇ ਵੀ ਨਹੀਂ ਜਾ ਸਕਦੀ ਸੀ। ਰਾਤ ਦੇ ਵਕਤ ਵਿਜੇ ਆਪਣੇ ਆਪ ਹੀ ਕਮਰੇ ਵਿੱਚ ਆਇਆ। ਮੇਰੀਆਂ ਅੱਖਾਂ ਰੋ ਰੋ ਕੇ ਸੁੱਜ ਚੁੱਕੀਆਂ ਸਨ। ਉਹ ਮੇਰੇ ਕੋਲ ਬੈਠ ਗਿਆ ਤੇ ਕਹਿਣ ਲੱਗਾ, ਮੈਨੂੰ ਮਾਫ਼ ਕਰ ਦੇ, ਮੈਂ ਗੁੱਸੇ ਵਿੱਚ ਆ ਗਿਆ ਸੀ ਤੇ ਤੇਰੇ ਕੋਲ ਬੈਠਾ ਸੀ ਤੇ ਤੂੰ ਇਸ ਕਦਰ ਗੂੜੀ ਨੀਂਦ ਵਿੱਚ ਸੌਂ ਗਈ ਸੀ, ਮੇਰੇ ਉਠਾਉਣ ਤੇ ਵੀ ਨਾ ਉੱਠੀ, ਇਸ ਲਈ ਮੈਂ ਗੁੱਸੇ ਹੋ ਗਿਆ ਸੀ। ਮੈਨੂੰ ਪਤਾ ਸੀ ਕਿ ਗਲਤੀ ਮੇਰੀ ਹੈ, ਇਸ ਲਈ ਮੈਂ ਆਪਣੇ ਆਪ ਹੀ ਵਿਜੇ ਤੋਂ ਮਾਫ਼ੀ ਮੰਗੀ ਤੇ ਕਿਹਾ ਕਿ ਅੱਗੇ ਤੋਂ ਮੈਂ ਸ਼ਿਕਾਇਤ ਦਾ ਕੋਈ ਮੌਕਾ ਨਹੀਂ ਦੇਵਾਂਗੀ। ਉਹ ਖੁਸ਼ ਹੋ ਗਿਆ। ਮੈਂ ਸੋਚਣ ਲੱਗੀ ਕਿ ਵਿਜੇ ਸਾਰਾ ਦਿਨ ਨਾਰਾਜ਼ ਰਹਿਣ ਤੋਂ ਬਾਅਦ ਇਸ ਤਰ੍ਹਾਂ ਚੰਗਾ ਕਿਵੇਂ ਹੋ ਗਿਆ ਸੀ। ਅੱਜ ਫਿਰ ਉਸਨੇ ਉਹ ਛੋਟੀ ਜਿਹੀ ਡੱਬੀ ਮਠਿਆਈ ਵਾਲੀ ਕੱਢੀ ਤੇ ਮੇਰੇ ਮੂੰਹ ਵਿੱਚ ਪਾਉਣ ਲੱਗਿਆ ਅਤੇ ਬੜੇ ਹੀ ਪਿਆਰ ਨਾਲ ਗੱਲ ਕਰ ਰਹੇ ਸੀ। ਉਸਨੇ ਮੇਰੇ ਹੱਥ ਫੜ ਰੱਖੇ ਸੀ। ਇੰਨੇ ਨੂੰ ਮੈਂ ਇਸ ਦੁਨੀਆ ਤੋਂ ਦੂਰ ਹੋ ਗਈ। ਮੈਨੂੰ ਕੋਈ ਹੋਸ਼ ਨਾ ਰਿਹਾ। ਅੱਜ ਫਿਰ ਮੇਰੀ ਅੱਖ ਖੁੱਲ੍ਹੀ ਤਾਂ ਸਵੇਰ ਦੇ 11 ਵੱਜ ਰਹੇ ਸੀ। ਮੇਰੇ ਹੋਸ਼ ਉੱਡ ਗਏ ਸਨ। ਮੈਂ ਡਰ ਗਈ ਸੀ ਕਿ ਵਿਜੇ ਇੱਕ ਵਾਰ ਫਿਰ ਗੁੱਸਾ ਹੋ ਚੁੱਕਿਆ ਹੋਵੇਗਾ। ਹੁਣ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਇਸ ਤਰ੍ਹਾਂ ਡੂੰਘੀ ਨੀਂਦ ਵਿੱਚ ਕਿਵੇਂ ਜਾ ਸਕਦੀ ਸੀ ਤੇ ਮੇਰੇ ਕੱਪੜੇ ਪੂਰੀ ਤਰ੍ਹਾਂ ਗਿੱਲੇ ਸਨ। ਮੈਂ ਜਲਦੀ ਨਾਲ ਨਹਾ ਧੋ ਕੇ ਤਿਆਰ ਹੋ ਗਈ ਤੇ ਕਮਰੇ ਤੋਂ ਬਾਹਰ ਨਿਕਲੀ ਤਾਂ ਕਮਰੇ ਦੇ ਬਾਹਰ ਮੇਰਾ ਪਤੀ ਗੁੱਸੇ ਵਿੱਚ ਮੇਰੀ ਸੱਸ ਨੂੰ ਕਹਿ ਰਿਹਾ ਸੀ, ਤੁਸੀਂ ਅਜਿਹੀ ਕੁੜੀ ਨਾਲ ਮੇਰਾ ਵਿਆਹ ਕਰਾ ਦਿੱਤਾ ਜਿਸ ਨੂੰ ਸੌਣ ਉੱਠਣ ਦੀ ਕੋਈ ਸਮਝ ਨਹੀਂ ਹੈ। ਮੈਂ ਕਿਵੇਂ ਇਸ ਨਾਲ ਸਾਰੀ ਜ਼ਿੰਦਗੀ ਗੁਜ਼ਾਰ ਸਕਦਾ ਹਾਂ। ਇਸ ਨੂੰ ਇਹ ਵੀ ਨਹੀਂ ਪਤਾ ਕਿ ਪਿੰਡ ਦੀਆਂ ਔਰਤਾਂ ਸਵੇਰੇ ਉੱਠ ਕੇ ਘਰ ਦਾ ਕੰਮ ਧੰਦਾ ਕਰਦੀਆਂ ਹਨ। ਤੁਸੀਂ ਸਵੇਰ ਤੋਂ ਉੱਠ ਕੇ ਘਰ ਦਾ ਕੰਮ ਕਰ ਰਹੇ ਹੋ ਤੇ ਉਹ ਮਹਾਰਾਣੀ ਬਣ ਕੇ ਸੌਂ ਰਹੀ ਆ। ਜੇਕਰ ਅਜਿਹਾ ਹੀ ਹਾਲ ਰਿਹਾ ਤਾਂ ਮੈਂ ਜ਼ਿਆਦਾ ਦੇਰ ਤੱਕ ਤੁਹਾਡੀ ਚਹੇਤੀ ਨੂੰਹ ਨੂੰ ਆਪਣੇ ਘਰ ਵਿੱਚ ਬਰਦਾਸ਼ਤ ਨਹੀਂ ਕਰ ਸਕਦਾ। ਵਿਜੇ ਦੇ ਇਹ ਸ਼ਬਦ ਸੁਣ ਕੇ ਮੈਂ ਘਬਰਾ ਗਈ। ਮੈਂ ਸੋਚ ਵੀ ਨਹੀਂ ਸਕਦੀ ਸੀ ਕਿ ਮੇਰੇ ਪਤੀ ਇੰਨੇ ਸਖਤ ਹੋਣਗੇ। ਅੱਗੇ ਕੋਈ ਗੱਲ ਸੁਣਨ ਦੀ ਮੇਰੇ ਵਿੱਚ ਹਿੰਮਤ ਨਹੀਂ ਸੀ। ਮੈਂ ਚੁੱਪਚਾਪ ਰਸੋਈ ਵਿੱਚ ਚਲੀ ਗਈ। ਮੇਰੀ ਸੱਸ ਸੱਚਮੁੱਚ ਸਵੇਰ ਤੋਂ ਕੰਮਕਾਰ ਵਿੱਚ ਲੱਗੀ ਹੋਈ ਸੀ, ਕਿਉਂਕਿ ਰਸੋਈ ਵੀ ਪੂਰੀ ਤਰ੍ਹਾਂ ਸਾਫ਼ ਸੀ ਤੇ ਦੁਪਹਿਰ ਦਾ ਖਾਣਾ ਵੀ ਬਣ ਚੁੱਕਿਆ ਸੀ। ਮੈਂ ਵਿਜੇ ਦੇ ਨਾਲ ਨਾਲ ਆਪਣੀ ਸੱਸ ਦੀਆਂ ਨਜ਼ਰਾਂ ਵਿੱਚੋਂ ਵੀ ਡਿੱਗ ਰਹੀ ਸੀ। ਮੈਨੂੰ ਆਪਣੇ ਆਪ 'ਤੇ ਗੁੱਸਾ ਆ ਰਿਹਾ ਸੀ, ਪਰ ਪਤਾ ਨਹੀਂ ਮੈਨੂੰ ਕੀ ਹੋ ਗਿਆ ਸੀ। ਮੈਂ ਸਾਰੇ ਘਰ ਦਾ ਚੱਕਰ ਲਾਇਆ ਤਾਂ ਉਹ ਪੂਰੇ ਘਰ ਦਾ ਕੰਮ ਕਰ ਚੁੱਕੀ ਸੀ ਅਤੇ ਸ਼ਾਇਦ ਇਸ ਵਜ੍ਹਾ ਨਾਲ ਹੀ ਵਿਜੇ ਹੱਦ ਤੋਂ ਜ਼ਿਆਦਾ ਗੁੱਸੇ ਵਿੱਚ ਸੀ। ਉਹ ਫਿਰ ਛੱਤ 'ਤੇ ਆ ਚੁੱਕੇ ਸੀ, ਕਿਉਂਕਿ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਮੈਂ ਉਹਨਾਂ ਦੇ ਪਿੱਛੇ ਛੱਤ 'ਤੇ ਨਹੀਂ ਆ ਸਕਦੀ।
ਮੈਂ ਸਾਰਾ ਦਿਨ ਰੋਂਦੀ ਰਹੀ। ਉਹ ਖੁਸ਼ੀ ਜਿਸ ਦੇ ਲਈ ਮੈਂ ਸਾਲ ਭਰ ਇੰਤਜ਼ਾਰ ਕੀਤਾ ਸੀ, ਮੈਂ ਹੁਣ ਤੱਕ ਉਸ ਤੋਂ ਦੂਰ ਸੀ। ਨਾ ਹੀ ਵਿਜੇ ਦਾ ਸਾਥ ਪੂਰੀ ਤਰ੍ਹਾਂ ਨਸੀਬ ਹੋਇਆ ਸੀ ਤੇ ਨਾ ਹੀ ਉਹਨਾਂ ਦੇ ਦਿਲ ਵਿੱਚ ਜਗ੍ਹਾ ਬਣਾ ਸਕੀ ਸੀ। ਅਤੇ ਵਿਜੇ ਦੇ ਉਹਨਾਂ ਸ਼ਬਦਾਂ ਨੇ ਮੈਨੂੰ ਚੰਗੀ ਤਰ੍ਹਾਂ ਇਹ ਗੱਲ ਦੱਸ ਦਿੱਤੀ ਸੀ ਕਿ ਜੇਕਰ ਮੈਂ ਕੋਈ ਗਲਤੀ ਕੀਤੀ ਤਾਂ ਉਹ ਮੈਨੂੰ ਘਰ ਤੋਂ ਕੱਢ ਦੇਣਗੇ। ਮੇਰੇ ਪਿੰਡੋਂ ਵਾਰ-ਵਾਰ ਮੈਨੂੰ ਮਾਂ ਦਾ ਫੋਨ ਆ ਰਿਹਾ ਸੀ। ਮਾਂ ਕਹਿ ਰਹੀ ਸੀ, 1 ਹਫ਼ਤੇ ਲਈ ਸਾਡੇ ਘਰ ਆ ਜਾ। ਰਸਮ ਮੁਤਾਬਕ ਵਿਆਹ ਤੋਂ ਬਾਅਦ 1 ਹਫ਼ਤੇ ਲਈ ਧੀ ਆਪਣੇ ਪੇਕੇ ਘਰ ਰਹਿਣ ਲਈ ਆਉਂਦੀ ਹੈ। ਮੈਂ ਬਿਲਕੁਲ ਵੀ ਨਹੀਂ ਜਾਣਾ ਚਾਹੁੰਦੀ ਸੀ ਕਿਉਂਕਿ ਵਿਜੇ ਮੇਰੇ ਤੋਂ ਪਹਿਲਾਂ ਹੀ ਨਾਰਾਜ਼ ਸਨ। ਅਜਿਹੇ ਵਿੱਚ ਜੇਕਰ ਮੈਂ ਉਹਨਾਂ ਨੂੰ ਛੱਡ ਕੇ ਮਾਂ ਦੇ ਘਰ ਚਲੀ ਜਾਂਦੀ ਤਾਂ ਸ਼ਾਇਦ ਉਹ ਕਦੇ ਮੇਰੇ ਨਾਲ ਗੱਲ ਨਾ ਕਰਦੇ। ਰਾਤ ਦੇ ਵਕਤ ਵਿਜੇ ਕਮਰੇ ਵਿੱਚ ਆ ਗਏ। ਮੈਨੂੰ ਹੈਰਾਨੀ ਹੋਈ ਕਿ ਅਚਾਨਕ ਠੀਕ ਕਿਵੇਂ ਹੋ ਗਏ। ਮੇਰੇ ਕੋਲ ਬੈਠ ਕੇ ਆਪਣੇ ਆਪ ਹੀ ਪੁੱਛਣ ਲੱਗੇ ਕਿ ਤੇਰੀ ਮਾਂ ਦਾ ਫੋਨ ਕਿਵੇਂ ਆਇਆ ਸੀ। ਮੈਂ ਸਾਰੀ ਗੱਲ ਦੱਸ ਦਿੱਤੀ ਤਾਂ ਕਹਿਣ ਲੱਗੇ ਕਿ ਚੰਗੀ ਗੱਲ ਆ, ਤੂੰ ਚਲੀ ਜਾ, ਵਰਨਾ ਮਾਂ ਕਹੇਗੀ ਕਿ ਮੈਂ ਮਨਾ ਕੀਤਾ ਹੈ। ਕੱਲ੍ਹ ਤੋਂ ਮੇਰੀ ਨੌਕਰੀ ਵੀ ਸ਼ੁਰੂ ਹੋ ਰਹੀ ਆ। ਮੈਂ ਵੀ ਸਵੇਰੇ ਸਵੇਰੇ ਸ਼ਹਿਰ ਜਾਵਾਂਗਾ ਤੇ ਰਾਤ ਨੂੰ ਹੀ ਘਰ ਵਾਪਸ ਆਵਾਂਗਾ। ਤੂੰ 1 ਹਫ਼ਤਾ ਉੱਥੇ ਰਹਿ ਆ ਤੇ ਮਾਂ ਨੂੰ ਵੀ ਆਪਣੇ ਨਾਲ ਲੈ ਜਾ। ਮੈਨੂੰ ਵਿਜੇ ਤੋਂ ਇਸ ਤਰ੍ਹਾਂ ਦੀ ਦੂਰੀ ਦਾ ਭਰੋਸਾ ਨਹੀਂ ਸੀ। ਮੇਰੇ ਵਿੱਚ ਇੰਨੀ ਹਿੰਮਤ ਨਹੀਂ ਸੀ ਕਿ ਮੈਂ ਅੱਗੇ ਉਹਨਾਂ ਦੀ ਗੱਲ ਸੁਣਾ। ਇਸ ਲਈ ਮੈਂ ਖੁਸ਼ੀ-ਖੁਸ਼ੀ ਰਾਜ਼ੀ ਹੋ ਗਈ। ਵਿਜੇ ਨੇ ਫਿਰ ਮਠਿਆਈ ਕੱਢੀ ਅਤੇ ਮੇਰੇ ਮੂੰਹ ਵਿੱਚ ਪਾ ਦਿੱਤੀ ਤੇ ਕਿਹਾ, ਇਸ ਨੂੰ ਜਲਦੀ-ਜਲਦੀ ਖਾਣ ਦੀ ਬਜਾਏ ਆਰਾਮ ਨਾਲ ਖਾਇਆ ਕਰ। ਇਹ ਸ਼ਹਿਰ ਦੇ ਸਭ ਤੋਂ ਮਸ਼ਹੂਰ ਹਲਵਾਈ ਦੀ ਮਠਿਆਈ ਆ। ਉਹ ਜਿੰਨੇ ਸਖਤ ਸਨ ਓਨੇ ਹੀ ਨਰਮ ਵੀ। ਉਹ ਮੈਨੂੰ ਕਹਿਣ ਲੱਗੇ, ਮੈਂ ਮਾਂ ਨੂੰ ਕਹਿ ਆਉਂਦਾ ਕਿ ਤੁਸੀਂ ਕੱਲ੍ਹ ਨੂੰ ਜਾਣਾ ਤੇ ਮੈਂ ਤੁਹਾਡੇ ਜਾਣ ਦਾ ਇੰਤਜ਼ਾਮ ਕਰ ਦੇਵਾਂਗਾ। ਮੇਰਾ ਮਨ ਖੁਸ਼ ਹੋ ਗਿਆ ਤੇ ਮੈਂ ਸੋਚ ਲਿਆ ਸੀ ਕਿ ਅੱਜ ਕਿਸੇ ਵੀ ਸੂਰਤ ਵਿੱਚ ਨਹੀਂ ਸੌਵਾਂਗੀ। ਪਿੰਡ ਜਾਣ ਤੋਂ ਪਹਿਲਾਂ ਉਹਨਾਂ ਦੇ ਦਿਲ ਵਿੱਚੋਂ ਆਪਣੇ ਲਈ ਸਾਰੀ ਦੂਰੀ ਮਿਟਾ ਦੇਵਾਂਗੀ। ਮੈਂ ਬਿਸਤਰੇ 'ਤੇ ਆ ਕੇ ਬੈਠ ਗਈ ਤੇ ਉਹਨਾਂ ਦਾ ਇੰਤਜ਼ਾਰ ਕਰਨ ਲੱਗੀ, ਪਰ ਪਤਾ ਹੀ ਨਹੀਂ ਲੱਗਾ ਕਦੋਂ ਮੈਨੂੰ ਨੀਂਦ ਆ ਗਈ। ਸਵੇਰੇ 10 ਵਜੇ ਅੱਖ ਖੁੱਲ੍ਹੀ ਤਾਂ ਵਿਜੇ ਸ਼ਹਿਰ ਲਈ ਨਿਕਲ ਚੁੱਕੇ ਸੀ। ਮੈਨੂੰ ਆਪਣੇ ਆਪ ਉੱਤੇ ਗੁੱਸਾ ਆ ਰਿਹਾ ਸੀ। ਵਿਆਹ ਦੇ 1 ਹਫ਼ਤੇ ਬਾਅਦ ਵੀ ਮੈਂ ਵਿਜੇ ਨਾਲ ਕੋਈ ਰਿਸ਼ਤਾ ਨਹੀਂ ਬਣਾ ਸਕੀ। ਮੈਂ ਕਮਰੇ ਤੋਂ ਬਾਹਰ ਨਿਕਲਦੀ ਤਾਂ ਮਾਂ ਵੀ ਪਿੰਡ ਜਾਣ ਦੀ ਤਿਆਰੀ ਕਰ ਚੁੱਕੀ ਸੀ। ਮੇਰੀ ਸੱਸ ਮੈਨੂੰ ਦੇਖ ਕੇ ਕਹਿਣ ਲੱਗੀ ਕਿ ਵਿਜੇ ਤਾਂ ਚਲਾ ਗਿਆ, ਹੁਣ ਆਪਾਂ ਦੋਹਾਂ ਨੂੰ ਪਿੰਡ ਜਾਣ ਲਈ ਨਿਕਲਣਾ ਹੈ। ਮੈਂ ਬੁਝੇ ਦਿਲੋਂ ਆਪਣੇ ਪੇਕੇ ਘਰ ਚਲੀ ਗਈ। ਹੁਣ ਮੈਨੂੰ 1 ਹਫ਼ਤੇ ਦੇ ਬਾਅਦ ਉਹਨਾਂ ਨੂੰ ਮਿਲਣਾ ਸੀ। ਮੇਰੇ ਘਰ ਵਾਲੇ ਮੈਨੂੰ ਦੇਖ ਕੇ ਬਹੁਤ ਖੁਸ਼ ਹੋਏ, ਪਰ ਮੇਰੇ ਦਿਲ ਵਿੱਚ ਕੋਈ ਖੁਸ਼ੀ ਨਹੀਂ ਸੀ ਕਿਉਂਕਿ ਮੇਰਾ ਦਿਲ ਤਾਂ ਵਿਜੇ 'ਤੇ ਅਟਕਿਆ ਹੋਇਆ ਸੀ। ਪਰ ਹੈਰਾਨੀ ਦੀ ਗੱਲ ਇਹ ਸੀ ਕਿ ਜਦੋਂ ਵੀ ਮੈਂ ਆਪਣੇ ਪੇਕੇ ਘਰ ਆਈ ਸੀ, ਹੁਣ ਮੈਨੂੰ ਬਿਲਕੁਲ ਨੀਂਦ ਨਹੀਂ ਆਉਂਦੀ ਸੀ ਤੇ ਸਹੁਰੇ ਪਿੰਡ ਮੈਨੂੰ ਉਸੇ ਟਾਈਮ ਹੀ ਨੀਂਦ ਆ ਜਾਂਦੀ ਸੀ ਜਦੋਂ ਵਿਜੇ ਕਮਰੇ ਵਿੱਚ ਆਉਂਦੇ ਸੀ। ਇਸ ਤਰ੍ਹਾਂ 1 ਹਫ਼ਤਾ ਲੰਘ ਗਿਆ ਤੇ ਅਸੀਂ ਵਾਪਸ ਆਪਣੇ ਸਹੁਰੇ ਘਰ ਚਲੀਆਂ ਗਈਆਂ। ਵਿਜੇ ਉੱਥੇ ਪਹਿਲਾਂ ਤੋਂ ਹੀ ਮੌਜੂਦ ਸੀ। ਹੁਣ ਮੈਨੂੰ ਵਿਜੇ 'ਤੇ ਥੋੜ੍ਹਾ ਸ਼ੱਕ ਹੋਣ ਲੱਗਿਆ ਸੀ। ਮੈਂ ਸੋਚਿਆ, ਹੋ ਸਕਦਾ ਉਸ ਮਿਠਾਈ ਵਿੱਚ ਕੁਝ ਹੋਵੇ ਜਿਸ ਨਾਲ ਮੈਨੂੰ ਨੀਂਦ ਆ ਜਾਂਦੀ ਹੈ, ਕਿਉਂਕਿ ਮੈਨੂੰ ਪੇਕੇ ਘਰ ਨੀਂਦ ਨਹੀਂ ਆਈ ਸੀ। ਇਸ ਕਰਕੇ ਮੈਂ ਹੁਣ ਚੁਕੰਨੀ ਹੋ ਗਈ ਤੇ ਸੋਚਿਆ, ਅੱਜ ਇਸ ਦਾ ਪਤਾ ਲਗਾ ਕੇ ਹੀ ਰਹਾਂਗੀ। ਵਿਜੇ ਮੇਰੇ ਕਮਰੇ ਵਿੱਚ ਆਏ ਤੇ ਮੈਨੂੰ ਉਸੇ ਤਰ੍ਹਾਂ ਗੱਲਾਂ ਵਿੱਚ ਲਾ ਕੇ ਮਠਿਆਈ ਖਵਾਉਣ ਲੱਗੇ। ਮੈਂ ਉਹਨਾਂ ਦੇ ਹੱਥ ਵਿੱਚੋਂ ਉਹ ਮਠਿਆਈ ਵਾਲਾ ਛੋਟਾ ਜਿਹਾ ਡੱਬਾ ਫੜ ਲਿਆ ਤੇ ਕਿਹਾ, ਮੈਂ ਖੁਦ ਖਾ ਲਵਾਂਗੀ। ਇੰਨੇ ਨੂੰ ਬਾਹਰੋਂ ਮੇਰੀ ਸੱਸ ਨੇ ਆਵਾਜ਼ ਮਾਰ ਦਿੱਤੀ। ਆਵਾਜ਼ ਸੁਣ ਕੇ ਵਿਜੇ ਬਾਹਰ ਚਲਾ ਗਿਆ। ਮੈਂ ਉਹ ਮਠਿਆਈ ਡੱਬੇ ਵਿੱਚੋਂ ਕੱਢ ਕੇ ਬਾਹਰ ਰੱਖ ਲਈ ਤੇ ਉਹ ਡੱਬਾ ਮੇਜ਼ ਉੱਪਰ ਰੱਖ ਦਿੱਤਾ ਅਤੇ ਅੱਖਾਂ ਬੰਦ ਕਰਕੇ ਬੈੱਡ 'ਤੇ ਪੈ ਗਈ। ਜਦੋਂ ਵਿਜੇ ਕਮਰੇ ਵਿੱਚ ਆਏ ਤਾਂ ਇਹ ਸਭ ਦੇਖ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਜੋ ਕੁਝ ਮੈਂ ਦੇਖਿਆ, ਮੈਨੂੰ ਆਪਣੀਆਂ ਅੱਖਾਂ 'ਤੇ ਯਕੀਨ ਨਹੀਂ ਹੋ ਰਿਹਾ ਸੀ। ਵਿਜੇ ਨੇ ਗਲਾਸ ਭਰਿਆ ਹੋਇਆ ਪਾਣੀ ਦਾ ਮੇਰੇ ਉੱਪਰ ਡੋਲ ਦਿੱਤਾ। ਇੱਕ ਤਾਂ ਜੀ ਕਰੇ ਮੈਂ ਅੱਖਾਂ ਖੋਲ੍ਹਾਂ, ਪਰ ਅੱਜ ਮੈਂ ਸਭ ਦੇਖਣਾ ਚਾਹੁੰਦੀ ਸੀ। ਇਸ ਕਰਕੇ ਮੈਂ ਪਈ ਰਹੀ। ਵਿਜੇ ਕਿਸੇ ਨੂੰ ਆਵਾਜ਼ ਦੇ ਕੇ ਕਹਿਣ ਲੱਗੇ, ਅੰਦਰ ਆ ਜਾ, ਇਹ ਤਾਂ ਸੌਂ ਗਈ ਆ। ਨਾਲ ਹੀ ਇੱਕ ਖੂਬਸੂਰਤ ਕੁੜੀ ਮੇਰੇ ਕਮਰੇ ਵਿੱਚ ਆ ਗਈ। ਉਹ ਮੇਰੇ ਬਿਸਤਰੇ 'ਤੇ ਮੇਰੇ ਨਾਲ ਬੈਠ ਗਈ। ਉਹ ਦੋਨੋਂ ਜਿਸ ਤਰ੍ਹਾਂ ਇਕੱਠੇ ਬੈਠੇ ਸਨ, ਮੇਰੀ ਜਾਨ ਨਿਕਲ ਗਈ। ਇਸ ਤੋਂ ਜ਼ਿਆਦਾ ਮੇਰੇ ਤੋਂ ਬਰਦਾਸ਼ਤ ਨਾ ਹੋਇਆ। ਮੈਂ ਉੱਠ ਕੇ ਬੈਠ ਗਈ। ਮੈਨੂੰ ਜਾਗਦੇ ਦੇਖ ਉਹਨਾਂ ਦੋਹਾਂ ਦੀਆਂ ਅੱਖਾਂ ਅੱਡੀਆਂ ਦੀਆਂ ਅੱਡੀਆਂ ਰਹਿ ਗਈਆਂ। ਮੈਂ ਵਿਜੇ ਵੱਲ ਘੂਰ ਕੇ ਦੇਖਿਆ। ਮੈਨੂੰ ਵਿਜੇ 'ਤੇ ਗੁੱਸਾ ਆ ਰਿਹਾ ਸੀ। ਮੈਂ ਕੁਝ ਬੋਲਦੀ, ਇੰਨੇ ਨੂੰ ਵਿਜੇ ਨੇ ਮੈਨੂੰ ਫੜਨ ਦੀ ਕੋਸ਼ਿਸ਼ ਕੀਤੀ ਤੇ ਮੈਂ ਭੱਜ ਕੇ ਬਾਹਰ ਆ ਗਈ। ਮੇਰਾ ਰੌਲਾ ਸੁਣ ਕੇ ਮੇਰੀ ਸੱਸ ਵੀ ਜਾਗ ਪਈ।
ਮੈਂ ਸਾਰਾ ਕੁਝ ਆਪਣੀ ਸੱਸ ਨੂੰ ਦੱਸਿਆ। ਉਹ ਆਪਣਾ ਮੱਥਾ ਫੜ ਕੇ ਬਹਿ ਗਈ। ਮੇਰੇ ਅੰਦਰ ਵੀ ਤੂਫਾਨ ਉੱਠਣ ਲੱਗੇ। ਮੈਂ ਵੀ ਉਸ ਨੂੰ ਸਵਾਲ ਤੇ ਸਵਾਲ ਕਰ ਰਹੀ ਸੀ। ਵਿਜੇ ਨੇ ਉੱਚੀ ਦੇਣੇ ਬੋਲਿਆ ਕਿ ਇਹ ਕੁੜੀ ਮੇਰੀ ਪਤਨੀ ਆ। ਅਸੀਂ ਥੋੜੇ ਦਿਨ ਪਹਿਲਾਂ ਹੀ ਕੋਰਟ ਮੈਰਿਜ ਕਰਵਾਈ ਸੀ। ਉਹ ਮੇਰੀ ਸੱਸ ਨੂੰ ਕਹਿਣ ਲੱਗਿਆ ਕਿ ਮੈਂ ਕਦੇ ਵੀ ਇਸ ਨਾਲ ਵਿਆਹ ਨਹੀਂ ਕਰਨਾ ਚਾਹੁੰਦਾ ਸੀ, ਪਰ ਤੂੰ ਮੇਰੀ ਜ਼ਬਰਦਸਤੀ ਇਸ ਨਾਲ ਵਿਆਹ ਕਰਵਾ ਹੀ ਦਿੱਤਾ। ਇਹ ਸਭ ਸੁਣ ਕੇ ਮੇਰੀ ਤਾਂ ਜਾਨ ਹੀ ਨਿਕਲ ਗਈ। ਉਹ ਮੈਨੂੰ ਕਹਿਣ ਲੱਗਾ, ਆਪਣਾ ਵਿਆਹ ਰੋਕਣ ਲਈ 2 ਦਿਨ ਪਹਿਲਾਂ ਹੀ ਇਹ ਸੋਚ ਕੇ ਮੈਂ ਇਸ ਕੁੜੀ ਨਾਲ ਵਿਆਹ ਕਰਕੇ ਇੱਥੇ ਲੈ ਕੇ ਆਇਆ ਸੀ ਕਿ ਮੇਰੀ ਮਾਂ ਤੇਰੇ ਨਾਲ ਮੇਰਾ ਵਿਆਹ ਨਾ ਕਰਵਾਏ। ਪਰ ਮੇਰੀ ਮਾਂ ਨੇ ਮੇਰੀ ਇੱਕ ਨਾ ਸੁਣੀ ਤੇ ਕਿਹਾ, ਇਸ ਨੂੰ ਜਿੱਥੋਂ ਲੈ ਕੇ ਆਇਆ ਉੱਥੇ ਹੀ ਛੱਡ ਕੇ ਆ। ਮੈਂ ਇਸ ਨੂੰ ਛੱਤ ਵਾਲੇ ਕਮਰੇ ਵਿੱਚ ਰੱਖ ਲਿਆ ਸੀ ਤਾਂ ਕਿ ਕਿਸੇ ਨੂੰ ਪਤਾ ਨਾ ਲੱਗ ਸਕੇ। ਵਿਜੇ ਨੇ ਕਿਹਾ ਕਿ ਉਹ ਜਾਣ-ਬੁੱਝ ਕੇ ਉਸ ਮਠਿਆਈ ਵਿੱਚ ਨਸ਼ੇ ਦੀ ਦਵਾਈ ਮਿਲਾ ਦਿੰਦਾ ਸੀ ਤਾਂ ਕਿ ਮੈਂ ਸੌਂ ਜਾਵਾਂ ਤੇ ਉਹ ਹਰ ਰਾਤ ਉਸ ਕੁੜੀ ਨਾਲ ਆਪਣੇ ਕਮਰੇ ਵਿੱਚ ਹੀ ਬਿਤਾ ਸਕੇ। ਉਹ ਕੁੜੀ ਉਸਦੇ ਆਫਿਸ ਵਿੱਚ ਕੰਮ ਕਰਦੀ ਸੀ, ਇਸ ਲਈ ਉਹ ਵਿਜੇ ਨਾਲ ਸਵੇਰੇ ਹੀ ਨਿਕਲ ਜਾਂਦੀ। ਉਹ ਕੁੜੀ ਇੱਜ਼ਤਦਾਰ ਨਹੀਂ ਸੀ, ਇਸ ਕਰਕੇ ਮੇਰੀ ਸੱਸ ਕਹਿੰਦੀ ਸੀ ਕਿ ਮੈਂ ਇਸ ਨੂੰ ਘਰੇ ਨਹੀਂ ਰੱਖਣਾ। ਮੇਰੀ ਸੱਸ ਨੇ ਵਿਜੇ ਨੂੰ ਆਤਮ ਹੱਤਿਆ ਕਰਨ ਦੀ ਧਮਕੀ ਵੀ ਦੇ ਦਿੱਤੀ ਸੀ, ਤਾਂ ਹੀ ਉਹ ਮੇਰੇ ਨਾਲ ਵਿਆਹ ਕਰਵਾਉਣ ਨੂੰ ਤਿਆਰ ਹੋਇਆ ਸੀ ਤੇ ਉਹ ਉਸ ਕੁੜੀ ਨੂੰ ਵੀ ਕਿਸੇ ਹਾਲਤ ਵਿੱਚ ਛੱਡ ਨਹੀਂ ਸਕਦਾ ਸੀ। ਇਸ ਵਿੱਚ ਗਲਤੀ ਵਿਜੇ ਦੀ ਨਹੀਂ, ਮੇਰੀ ਸੱਸ ਦੀ ਵੀ ਸੀ, ਕਿਉਂਕਿ ਉਸਨੇ ਆਪਣੇ ਬੇਟੇ ਦੇ ਵਿਆਹ ਹੋਣ ਦੇ ਬਾਅਦ ਵੀ ਦੂਜਾ ਵਿਆਹ ਮੇਰੇ ਨਾਲ ਕਰਵਾ ਦਿੱਤਾ ਸੀ। ਹੁਣ ਮੈਂ ਅਜਿਹੇ ਇਨਸਾਨ ਨਾਲ ਆਪਣੀ ਜ਼ਿੰਦਗੀ ਨਹੀਂ ਬਿਤਾ ਸਕਦੀ ਸੀ ਜੋ ਕਿਸੇ ਹੋਰ ਨਾਲ ਇਸ ਕਦਰ ਮੁਹੱਬਤ ਕਰਦਾ ਸੀ ਕਿ ਉਸ ਦੀ ਖਾਤਰ ਮੈਨੂੰ ਨਸ਼ੇ ਵਾਲੀ ਮਠਿਆਈ ਖਵਾ ਦਿੰਦਾ ਸੀ। ਮੈਂ ਆਪਣਾ ਸਮਾਨ ਬੰਨ੍ਹ ਲਿਆ ਤੇ ਆਪਣੀ ਸੱਸ ਨੂੰ ਸਤਿ ਸ਼੍ਰੀ ਅਕਾਲ ਕਹਿ ਕੇ ਆਪਣੇ ਪਿੰਡ ਨਿਕਲ ਗਈ। ਮੇਰੀ ਸੱਸ ਨੇ ਬਹੁਤ ਕੋਸ਼ਿਸ਼ ਕੀਤੀ ਕਿ ਉਹ ਬਾਰ-ਬਾਰ ਮੈਨੂੰ ਭਰੋਸਾ ਵੀ ਦਿਵਾ ਰਹੀ ਸੀ ਕਿ ਮੇਰਾ ਬੇਟਾ ਉਸ ਕੁੜੀ ਨੂੰ ਛੱਡ ਦੇਵੇਗਾ, ਪਰ ਮੈਂ ਕਦੇ ਅਜਿਹੇ ਇਨਸਾਨ ਦੇ ਨਾਲ ਗੁਜ਼ਾਰਾ ਨਹੀਂ ਕਰ ਸਕਦੀ ਸੀ ਜੋ ਮੇਰੇ ਹੁੰਦੇ ਹੋਏ ਕਿਸੇ ਹੋਰ ਨਾਲ ਰਹਿ ਰਿਹਾ ਸੀ। ਇਸ ਲਈ ਉਸ ਲੜਕੀ ਦਾ ਕੋਈ ਕਸੂਰ ਨਹੀਂ ਸੀ। ਮੈਂ ਉਸ ਦੀ ਜ਼ਿੰਦਗੀ ਕਿਉਂ ਬਰਬਾਦ ਕਰਾਂ? ਮੈਂ ਆਪਣੇ ਮਾਂ-ਬਾਪ ਨੂੰ ਕਹਿ ਕੇ ਵਿਜੇ ਤੋਂ ਤਲਾਕ ਲੈ ਲਿਆ ਸੀ। ਮੈਂ ਆਪਣੇ ਮਾਂ-ਬਾਪ ਦੇ ਘਰ ਰਹਿ ਕੇ ਅੱਗੇ ਪੜ੍ਹਾਈ ਸ਼ੁਰੂ ਕਰ ਦਿੱਤੀ। ਹੁਣ ਮੈਂ ਕੁਝ ਬਣਨਾ ਚਾਹੁੰਦੀ ਹਾਂ ਤੇ ਆਪਣੇ ਪੈਰਾਂ ਤੇ ਖੜਨਾ ਚਾਹੁੰਦੀ ਹਾਂ। ਸੋ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ। ਜੇ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ। ਮਿਲਦੇ ਹਾਂ ਨਵੀਂ ਕਹਾਣੀ ਦੇ ਨਾਲ। ਤਦ ਤੱਕ ਸਤਿ ਸ਼੍ਰੀ ਅਕਾਲ।